1984 ਦੇ ਸਿੱਖ ਕਤਲੇਆਮ ਦਾ 38 ਸਾਲ ਦਾ ਇਨਸਾਫ ਹੈ। ਚਾਹੇ ਕੋਟਕਪੂਰੇ ਦੇ ਬੱਤੀਆਂ ਵਾਲੇ ਚੌਂਕ 'ਚ ਅੱਜ ਸਿੱਖ ਜਥੇਬੰਦੀਆਂ ਵੱਲੋਂ ਪਿਛਲੇ ਦਿਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬੇਅਦਬੀ ਮਾਮਲੇ 'ਚ ਪੰਜਾਬ ਸਰਕਾਰ ਦੀ ਸਿੱਟ ਦੁਆਰਾ ਦਾਖਲ ਕੀਤੀ ਰਿਪੋਰਟ ਨੂੰ ਰੱਦ ਕਰਨ ਦੇ ਫੈਸਲੇ ਦਾ ਤਿੱਖਾ ਵਿਰੋਧ ਕਰਦਿਆਂ ਅਦਾਲਤੀ ਹੁਕਮਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਗਵਾਈ ਹੇਠ ਇੱਥੇ ਸਿੱਖ ਧਾਰਮਿਕ ਤੇ ਸਿਆਸੀ ਆਗੂ ਇੱਕ ਮੰਚ ਤੇ ਇਕੱਠੇ ਹੋਏ। खड़े हैं खड़े रह जाओ ਹਾਈ ਕੋਰਟ ਨੇ ਇਹ ਫੈਸਲਾ ਬਿਲਕੁਲ ਗਲਤ ਕਰਿਆ ਜੀ। ਜਿਹੜੀ ਚੀਜ਼ਾਂ ਉਹਨਾਂ ਨੇ ਮੰਗੀਆਂ ਵੀ ਨਹੀਂ, ਬਿਨਾਂ ਮੰਗੇ ਹੀ ਕਿਸੇ ਨੂੰ ਕਲੀਨ ਚਿੱਟ ਦੇ ਦੇਣੀ, ਕਿੱਡਾ ਕੁ ਇਨਸਾਫ ਹੈ। ਅਸੀਂ 5 ਸਾਲ ਤੋਂ ਇਨਸਾਫ ਮੰਗ ਰਹੇ ਹਾਂ, ਸਾਨੂੰ ਤਾਂ ਮਿਲਿਆ ਨਹੀਂ ਗਾ। ਦਿਨ ਰਾਤ ਕੋਰਟਾਂ ਕਚਹਿਰੀਆਂ ਦੇ ਧੱਕੇ ਖਾ ਰਹੇ ਹਾਂ, ਗਰਮੀ ਸਰਦੀ 'ਚ, ਔਰ ਜਿਨ੍ਹਾਂ ਨੇ ਮੰਗਿਆ ਨਹੀਂ ਉਹਨਾਂ ਨੂੰ ਦੇਤਾ। ਇਹ ਕੋਈ ਕੋਰਟਾਂ ਦਾ ਕੰਮ ਨਹੀਂ ਹੁੰਦਾ ਗਾ ਕਿਸੇ ਨੂੰ ਬਿਨਾਂ ਇਨਸਾਫ ਦੇਣਾ। ਇਨਸਾਫ ਦੀ ਆਸ ਰੱਖ ਕੇ ਜਾਂਦਾ ਹਰੇਕ ਉੱਥੇ। ਦੋਸ਼ੀ ਮੰਨਦੇ ਹੁਣ ਤੱਕ ਦਾ ਜਿਹੜਾ 5 ਸਾਲ ਹੋਇਆ, ਇਹ ਬਾਦਲ ਪਰਿਵਾਰ ਦੋਸ਼ੀ ਹੈ। ਇਹਦੇ ਤੇ ਬਾਦਲ ਪਰਿਵਾਰ ਦੋਸ਼ੀ ਉਸ ਟਾਈਮ ਦਾ। ਕੈਪਟਨ ਸਰਕਾਰ ਨੇ ਵੀ ਸਾਨੂੰ ਬਹੁਤ ਲਾਰੇ ਲਾਏ ਹੈ, ਕਰੀ ਜਾਂਦੇ ਹੈ। ਕੈਪਟਨ ਸਰਕਾਰ ਵੀ ਦੋਸ਼ੀ ਹੈ, ਜਿਹੜੇ ਨਹੀਂ ਮਿਲ ਰਹੇ ਉਹਨਾਂ ਨੂੰ ਵੀ ਮੰਨਦੇ ਹੀ ਅਸੀਂ ਦੋਸ਼ੀ ਮੰਨਦੇ ਹਾਂ। ਨਵੀਂ ਜਾਂਚ ਦੀ ਗੱਲ ਕਹੀ ਜਾ ਰਹੀ ਹੈ। ਨਵੀਂ ਜਾਂਚ ਤਾਂ ਦੇਖੋ ਜੀ, ਇੱਕ ਟਾਈਮ ਮੁਕਾਉਣ ਵਾਲੀ ਗੱਲ ਹੈ, ਟਾਈਮ ਟਪਾਉਣ ਵਾਲੀ ਗੱਲ ਹੈ। ਇਹ ਹੁਣ 2 ਸਾਲ ਇਹ ਜਾਂਚ ਚੱਲੀ ਹੈ, ਇਹਦੇ 'ਚ ਕੀ ਹੋਇਆ? ਉਹ ਫੇਰ ਅਖੀਰ ਤੇ ਕਹਿ ਦੇਣਾ ਕਿ ਉਹ ਕੋਈ ਹੋਰ ਕਹਿ ਦੂਗਾ ਇਹ ਨਹੀਂ ਮਨਜ਼ੂਰ। ਜੱਜ ਤਾਂ ਉਹਨਾਂ ਦਾ ਹੀ ਹੈ। 302 ਵਰਗੇ ਸੰਗੀਨ ਕਤਲ ਦੇ ਮਾਮਲਿਆਂ ਵਿੱਚ ਜਿੰਨੇ ਪੁਲਿਸ ਵਾਲੇ ਸੀਗੇ, ਚਰਨਜੀਤ ਸ਼ਰਮਾ ਸਮੇਤ ਜਿੰਨੇ ਥਾਣੇਦਾਰ, ਜਿੰਨੇ ਕੋਈ ਇੰਸਪੈਕਟਰ DIG ਨਾਮਜ਼ਦ ਸੀਗੇ, ਚਾਹੇ ਉਹ ਬਾਈਬਲ ਕਲਾਂ ਦੇ ਕਤਲ ਨੇ ਤੇ ਚਾਹੇ ਉਹ 307 ਦਾ ਅਜੀਤ ਸਿੰਘ ਦੇ ਗੋਲੀ ਲੱਗਣ ਦਾ ਮਾਮਲਾ ਹੈ, ਇਸੇ ਕੋਟਕਪੂਰੇ ਚੌਂਕ 'ਚ ਸਾਰਿਆਂ ਦੀਆਂ ਅਗਾਊਂ ਜ਼ਮਾਨਤਾਂ ਹੋ ਚੁੱਕੀਆਂ ਨੇ, ਅਨਹਰਡ ਆਫ। ਇਸ ਕਰਕੇ ਇਹ ਜਿਹੜਾ ਬੜਾ ਅਨਿਆਏ ਹੋਇਆ ਵਾ। ਔਰ ਇਹ ਜਿਹੜੀ ਜੱਜਮੈਂਟ ਆਈ ਆ, ਇਹ ਜੱਜ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਫਲਾਣੇ ਅਫਸਰ ਨੇ ਸਿਆਸਤ ਤੋਂ ਪ੍ਰੇਰਿਤ ਕੀਤੀ ਆ। ਸਾਡਾ ਮੰਨਣਾ ਕਿ ਕੁੱਲ ਮਿਲਾ ਕੇ ਜੱਜਮੈਂਟ ਹੀ ਸਿਆਸਤ ਤੋਂ ਪ੍ਰੇਰਿਤ ਹੈ, ਕਿਉਂਕਿ ਜਿਹੜੇ ਕੰਮ, ਜਿਹੜੇ ਅਧਿਕਾਰ ਹਾਈ ਕੋਰਟ ਨੇ ਆਪਣੇ ਕੋਲ ਲੈ ਲਏ, ਉਹ ਤਾਂ ਫਰੀਦਕੋਟ ਦੇ ਟਰਾਇਲ ਕੋਰਟ ਦਾ ਕੰਮ ਸੀਗਾ। ਫਰੀਦਕੋਟ ਦੇ ਟਰਾਇਲ ਕੋਰਟ ਵਿੱਚ SIT ਨੇ 9 ਚਲਾਨ ਪੇਸ਼ ਕੀਤੇ ਸੀਗੇ। ਇਹ ਟਰਾਇਲ ਕੋਰਟ ਨੇ ਦੇਖਣਾ ਸੀਗਾ ਕਿ ਇਹਨਾਂ ਚਲਾਨਾਂ ਵਿੱਚ ਕੋਈ ਉਨਤਾਈ ਹੈ, ਕਿਸੇ ਗੁਨਾਹਗਾਰ ਨੂੰ ਜਿਹੜਾ ਹੈ ਕਿਸੇ ਨੂੰ ਬਖਸ਼ਿਆ ਤਾਂ ਨਹੀਂ ਜਾ ਰਿਹਾ, ਕਿਸੇ ਬੇਗੁਨਾਹ ਨੂੰ ਫਸਾਇਆ ਤਾਂ ਨਹੀਂ ਜਾ ਰਿਹਾ, ਵਿਟਨੈਸ ਅਕਾਊਂਟ ਕੀ ਹੈਗਾ ਵਾ, ਫੈਕਟ ਫਾਈਂਡਿੰਗ ਕੀ ਆ। ਇਹ ਪਹਿਲੀ ਵਾਰ ਦੇਖਿਆ ਕਿ ਹਾਈ ਕੋਰਟ ਨੇ ਟਰਾਇਲ ਕੋਰਟ ਦਾ ਰੋਲ ਜਿਹੜਾ ਸੀਗਾ ਉਹ ਹਾਈਜੈਕ ਕਰ ਲਿਆ। ਔਰ ਆਰਟੀਕਲ 226 ਆ ਨਾ ਕਨਸਟੀਟਿਊਸ਼ਨ ਦਾ, ਜਿਹਦੇ ਤਹਿਤ ਇਹ ਜਿਹੜੇ ਮੁਜਰਮ ਸੀਗੇ ਜਿਨ੍ਹਾਂ ਨੇ ਇਹ ਰਿਟ ਪਟੀਸ਼ਨ ਕੀਤੀ ਸੀ ਹਾਈ ਕੋਰਟ 'ਚ, ਆਰਟੀਕਲ 226 ਇੱਕ ਮਿੰਟ ਜੀ, ਆਰਟੀਕਲ 226 ਦੇ ਤਹਿਤ ਫੈਕਟ ਫਾਈਂਡਿੰਗ ਜਾਣਾ। ਛੋਟੇ ਛੋਟੇ ਜਿਹੜੇ ਮੁੱਦੇ ਨੇ ਉਹ ਟਰਾਇਲ ਕੋਰਟ ਦੇ ਜਿਹੜੇ ਅਖਤਿਆਰ ਅਧੀਨ ਹੈ, ਇਹ ਉਹਨਾਂ ਦਾ ਰੋਲ ਹੀ ਨਹੀਂ ਸੀਗਾ। ਇਸ ਕਰਕੇ ਸਾਨੂੰ ਇਹ ਲੱਗਦਾ ਵਾ ਕਿ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ। ਔਰ ਜਿਨ੍ਹਾਂ ਲੋਕਾਂ ਨੇ ਕੋਈ ਅਰਜ਼ੀ ਨਹੀਂ ਦਿੱਤੀ, ਬਾਦਲ ਵਰਗਿਆਂ ਨੇ, ਬਾਦਲ ਦੇ ਪਰਿਵਾਰ ਨੇ, ਜਿਨ੍ਹਾਂ ਨੇ ਕੋਈ ਪਲੀਡਿੰਗ ਹੀ ਨਹੀਂ ਕੀਤੀ, ਜਿਨ੍ਹਾਂ ਨੇ ਕੋਈ ਪ੍ਰੇਅਰ ਹੀ ਨਹੀਂ ਕੀਤੀ, ਉਹਨਾਂ ਨੂੰ ਕਲੀਨ ਚਿੱਟ ਦਾ ਦੇਣ ਦਾ ਮਕਸਦ ਹੀ ਕੋਈ ਨਹੀਂ ਸੀਗਾ। ਇਸ ਕਰਕੇ ਇਹ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਹੈ, ਇਹ ਇੱਕ ਸਿਸਟਮ ਦੇ ਖਿਲਾਫ ਰੋਸ ਪ੍ਰਦਰਸ਼ਨ ਹੈ। ਜਿੱਦਾਂ 37 ਸਾਲ ਹੋ ਗਏ ਨੇ ਸਿੱਖ ਕਤਲੇਆਮ ਨੂੰ ਇਨਸਾਫ ਨਹੀਂ ਮਿਲਿਆ ਦਿੱਲੀ ਦੇ, ਇਹ ਉਸੇ ਤਰਜ਼ ਦੇ ਉੱਤੇ 6 ਸਾਲ ਤੋਂ ਇਹ ਮਾਮਲਾ ਘੜੀਸਿਆ ਜਾ ਰਿਹਾ, ਕਦੀ ਕਿਸੇ ਕਚਹਿਰੀ 'ਚ, ਕਦੀ ਕਿਸੇ SIT 'ਚ, ਕਦੀ ਕਿਸੇ ਕੋਰਟ 'ਚ। ਇਸ ਕਰਕੇ ਅੱਜ ਦਾ ਰੋਸ ਪ੍ਰਦਰਸ਼ਨ ਇੱਕ ਸਿੰਬੋਲਿਕ ਪ੍ਰੋਟੈਸਟ ਹੈ। ਅਸੀਂ ਕੋਵਿਡ ਦੇ ਮੱਦੇਨਜ਼ਰ ਰੱਖਦੇ ਨਹੀਂ ਚਾਹੁੰਦੇ ਸੀਗੇ ਕਿ ਬਹੁਤ ਵੱਡੇ ਇਕੱਠ ਹੋਣ, ਲੋਕਾਂ ਦੀਆਂ ਜਾਨਾਂ ਖਤਰੇ 'ਚ ਨੇ। ਇੱਕ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਅਸੀਂ ਨਹੀਂ ਚਾਹੁੰਦੇ ਕਿ ਕਿਸਾਨਾਂ ਦੇ ਅੰਦੋਲਨ ਕੋਈ ਇੱਕ ਪੈਰਲਲ ਐਜੀਟੇਸ਼ਨ ਪੰਜਾਬ ਚਲਾਉਣ, ਪਰ ਇਸ ਮਸਲੇ ਨੂੰ ਜਾਣ ਵੀ ਦਿੱਤਾ ਨਹੀਂ ਜਾਇਆ ਜਾ ਸਕਦਾ ਸੀਗਾ। ਇਸ ਕਰਕੇ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ, ਜਿਹੜੇ ਕਿ ਇੱਕ ਧਾਰਮਿਕ ਆਗੂ ਨੇ ਪੰਜਾਬ ਦੇ, ਜਿਨ੍ਹਾਂ ਨੇ ਕੁਰਬਾਨੀ ਦਿੱਤੀ ਆ, ਉਹਨਾਂ ਦੀ ਅਗਵਾਈ ਵਿੱਚ ਅੱਜ ਇਸ ਜੱਜਮੈਂਟ ਦੀਆਂ ਕਾਪੀਆਂ ਸਾੜਨ ਦਾ ਜਿਹੜਾ ਐਲਾਨ ਆ
ਉਸ ਨੂੰ ਅੰਜਾਮ ਦੇਣ ਵਾਸਤੇ ਅਸੀਂ ਇਸ ਚੌਂਕ ਵਿੱਚ ਪਹੁੰਚੇ। ਸਵਾਲ ਖੜਾ ਕੀਤਾ ਤੁਸੀਂ ਹਾਈ ਕੋਰਟ ਦੇ ਫੈਸਲੇ ਤੇ, ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਤੁਹਾਨੂੰ ਕਿ ਤੁਸੀਂ ਭਾਰਤੀ ਨਿਆਂ ਪ੍ਰਣਾਲੀ ਤੇ ਜਿਹੜਾ ਬੇਵਿਸ਼ਵਾਸੀ ਪ੍ਰਗਟ ਕਰ ਰਹੇ ਹੋ? ਦੇਖੋ, ਗੱਲ ਇਹ ਆ ਕਿ ਲੋਕਤੰਤਰ ਵਿੱਚ ਲੋਕਾਂ ਦੇ ਜਜ਼ਬਾਤਾਂ ਦੀ ਬੇਕਦਰੀ ਆ ਨਾ, ਉਹ ਵੀ ਬਹੁਤ ਵੱਡਾ ਇਸ਼ੂ ਆ। ਅੱਜ ਕਰੋੜਾਂ ਗੁਰੂ ਨਾਨਕ ਨਾਮ ਲੇਵਾ ਦੁਨੀਆ ਭਰ ਵਿੱਚ ਬੈਠੇ ਇਸ ਗੱਲ ਦਾ ਰੰਜ ਤੇ ਅਫਸੋਸ ਕਰ ਰਹੇ ਨੇ ਕਿ ਜਿਹੜਾ ਨਿਆਂ ਮਿਲਣ ਦੀ ਕੋਈ ਮਾੜੀ ਜੀ ਉਮੀਦ ਦੀ ਕਿਰਨ ਜਾਗੀ ਸੀ, ਉਹ ਸਾਰੀ ਢਹਿ ਢੇਰੀ ਕਰ ਦਿੱਤੀ ਗਈ। ਇਸ ਕਰਕੇ ਨਿਆਂ ਪ੍ਰਣਾਲੀ ਆਪਣੀ ਜਗ੍ਹਾ ਦੇ ਉੱਤੇ ਆ। ਨਿਆਂ ਪ੍ਰਣਾਲੀ ਦਾ ਕੰਮ ਸੀਗਾ ਨੈਚੁਰਲ ਜਸਟਿਸ ਦੇਣਾ, ਇਨਸਾਫ ਦੇਣਾ। ਬਾਦਲ ਵਰਗੇ ਗੁਨਾਹਗਾਰਾਂ ਨੂੰ ਬਚਾਉਣਾ ਇਹ ਨਿਆਂ ਪ੍ਰਣਾਲੀ ਦਾ ਕੰਮ ਨਹੀਂ ਸੀਗਾ। ਔਰ ਗੁਰਦੀਪ ਸਿੰਘ ਤੇ ਰਿਸ਼ਪਾਲ ਸਿੰਘ, ਇੱਕ ਹੌਲਦਾਰ, ਇੱਕ ਇੰਸਪੈਕਟਰ, ਜਿਹੜੇ ਰਿਟ ਕਰਦੇ ਨੇ ਔਰ ਜਿਹੜੇ ਵਕੀਲ ਕਰ ਰਹੇ ਨੇ, ਇੱਕ ਦਿਨ ਦੀ ਇੱਕ ਵਕੀਲ ਦੀ ਪੇਸ਼ੀ ਦੀ ਕੀਮਤ 10-10 ਲੱਖ ਰੁਪਈਆ ਸੀ। ਕੀ ਇੱਕ ਹੌਲਦਾਰ, ਇੱਕ ਥਾਣੇਦਾਰ 10 ਲੱਖ ਰੁਪਈਆ ਇੱਕ ਫੀਸ ਇੱਕ ਵਕੀਲ ਨੂੰ ਇੱਕ ਦਿਨ ਦਾ ਦੇ ਸਕਦਾ? ਕਰੋੜਾਂ ਰੁਪਏ ਦੀ ਫੀਸ ਦੀ ਅਦਾਇਗੀ ਇਹ ਵੀ ਦੱਸਦੀ ਆ ਕਿ ਇਸ ਰਿਟਾਂ ਦੇ ਪਿੱਛੇ, ਇਸ ਕਾਨੂੰਨੀ ਲੜਾਈ ਦੇ ਪਿੱਛੇ ਬਾਦਲ ਵਰਗੇ ਤਾਕਤਵਰ ਲੋਕ, ਸੁਮੇਧ ਸਿੰਘ ਸੈਣੀ ਵਰਗੇ ਗੁਨਾਹਗਾਰ ਲੋਕ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਲੋਕਾਂ ਨੂੰ ਮਾਰਿਆ, ਇਹ ਸਾਰਾ ਇੱਕ ਬਹੁਤ ਵੱਡਾ ਜਿਹਨੂੰ ਕਹਿੰਦੇ ਆ ਕਿ ਪਲਾਨ ਸੀ ਜਿਹੜਾ ਐਗਜ਼ੀਕਿਊਟ ਕੀਤਾ ਗਿਆ। ਇਸ ਕਰਕੇ ਠੀਕ ਹੈ ਕਿ ਅਨਿਆਏ ਹੁੰਦਾ ਰਿਹਾ ਵਾ, ਪਹਿਲਾਂ ਵੀ ਹੁੰਦਾ ਰਿਹਾ, ਗਾਂ ਵੀ ਹੋਵੇਗਾ, ਪਰ ਅਨਿਆਏ ਦੇ ਖਿਲਾਫ ਲੜਨਾ ਜਿਹੜਾ ਡੈਮੋਕ੍ਰੈਟਿਕ ਤਰੀਕੇ ਨਾਲ, ਸ਼ਾਂਤਮਈ ਢੰਗ ਨਾਲ ਸਾਡਾ ਇੱਕ ਇਸ ਮਾਮਲੇ ਵਿੱਚ ਜਿਹੜੀ ਜਾਂਚ ਵੱਲੋਂ ਜਿਹੜੇ ਮੁਲਜ਼ਮ ਬਣਾਏ ਗਏ ਸੀ, ਜਿਹੜੇ ਆਰੋਪੀ ਬਣਾਏ ਗਏ ਸੀਗੇ, ਕੱਲ ਫਰੀਦਕੋਟ ਦੀ ਅਦਾਲਤ ਵੱਲੋਂ ਵੀ ਜਿਹੜਾ ਫੈਸਲਾ ਉਸ ਜਿਹੜੇ ਟ੍ਰਾਇਲ ਨੂੰ ਰੋਕ ਦਿੱਤਾ ਗਿਆ, ਫਿਲਹਾਲ ਰੋਕ ਦਿੱਤਾ, ਕਿਉਂਕਿ ਤਰਕ ਇਹੀ ਦਿੱਤਾ ਗਿਆ ਸੀ ਕਿ ਜਦੋਂ SIT ਦੀ ਜਾਂਚ ਹੀ ਰੱਦ ਹੋ ਗਈ ਤਾਂ ਫਿਰ ਆਰੋਪੀ ਵੀ ਨਹੀਂ ਬਣਾਏ ਜਾ ਸਕਦੇ। ਇਸੇ ਕਰਕੇ ਤਾਂ ਇਸ ਫੈਸਲੇ ਨੂੰ ਪ੍ਰੋਟੈਸਟ ਕਰਨ ਆਏ ਆ ਕਿ ਘੱਟੋ ਘੱਟ ਜਿਹੜਾ 13 ਮਈ ਨੂੰ ਫੈਸਲਾ ਆਉਣ ਵਾਲਾ, ਰੱਬ ਦਾ ਵਾਸਤਾ ਵਾ ਉੱਥੇ ਜੱਜ ਸਾਹਿਬ ਜਿਹੜੇ ਵੀ ਬੈਠੇ ਨੇ, ਕਿ ਕਿਰਪਾ ਕਰਕੇ ਲੋਕਾਂ ਦੇ ਜਜ਼ਬਾਤ ਵੀ ਪਹਿਚਾਨੋ, ਲੋਕਾਂ ਦੀਆਂ ਜੋ ਭਾਵਨਾਵਾਂ ਉਹਨੂੰ ਦੇਖੋ। ਅਕਸਰ 2 ਬੱਚੇ ਮਰੇ ਨੇ, ਉਹ ਕਿਸੇ ਦੇ ਬੱਚੇ ਨੇ ਬਾਈਬਲ ਕਲਾਂ ਦੇ ਵਿੱਚ। ਅਜੀਤ ਸਿੰਘ ਦੇ ਚੂੜੇ ਵਿੱਚ ਗੋਲੀ ਵੱਜੀ ਆ। ਜੇ ਅਕਾਲੀ ਦਲ ਦੀ ਸਰਕਾਰ ਵਾਕਈ ਪੰਥਕ ਤੇ ਜੈਨੂਅਨ ਸੀ ਤੇ ਉਹਨਾਂ ਨੂੰ 2015 ਵਿੱਚ 307 ਦਾ ਮੁਕੱਦਮਾ ਦਰਜ ਕਰਕੇ ਪੁਲਿਸ ਵਾਲਿਆਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਸੀ। ਪਰ 2015 ਚ ਇਸੀ ਅਖੌਤੀ ਪੰਥਕ ਸਰਕਾਰ ਨੇ ਜਿਹੜਾ FIR ਦਰਜ ਕੀਤੀ, ਉਹ ਪਬਲਿਕ ਦੇ ਖਿਲਾਫ ਦਰਜ ਕੀਤੀ। ਇਸ ਕਰਕੇ ਜਿਹੜੇ ਅਕਾਲੀ ਨੇ ਉਹ ਗੁਨਾਹਗਾਰ ਨੇ। ਔਰ ਮੈਨੂੰ ਦੁੱਖ ਹੈ ਕਿ SGPC ਅੱਜ ਮੂਕ ਦਰਸ਼ਕ ਬਣ ਕੇ ਬੈਠੀ ਆ। ਅਕਾਲ ਤਖਤ ਦਾ ਜਥੇਦਾਰ ਜਿਨ੍ਹਾਂ ਦੀ ਇਹ ਲੜਾਈ ਸੀਗੀ, ਸਾਡੀ ਲੜਾਈ ਨਹੀਂ ਗੀ ਇਹ ਪੰਥ ਦੇ, ਅਗਰ ਵਾਕਈ ਅਕਾਲੀ ਕਹਿੰਦੇ ਨੇ ਕਿ ਅਸੀਂ ਪੰਥਕ ਪਾਰਟੀ ਆ ਤੇ ਪੰਥ ਦੀ ਲੜਾਈ ਸੀਗੀ, ਲੇਕਿਨ ਕਿਉਂਕਿ ਬਾਦਲ ਇੱਕ ਟੱਬਰ ਦੀ ਪਾਰਟੀ ਬਣ ਕੇ ਰਹਿ ਗਏ ਆ, ਉਹ ਪਟਕ ਚੁੱਕੇ ਨੇ। ਇਸ ਕਰਕੇ ਅੱਜ ਇਹ ਲੜਾਈ ਆਮ ਜਨਤਾ ਨੂੰ ਇਸ ਲੋਕ ਅਦਾਲਤ ਵਿੱਚ ਲੜਨੀ ਪੈ ਰਹੀ ਹੈ। ਐਜੀਟੇਸ਼ਨ ਹੋਇਆ, ਇਸ ਦਾ ਕੀ ਮੰਤਵ? ਅੱਜ ਜਿਹੜਾ ਐਜੀਟੇਸ਼ਨ ਇਹਦਾ ਮਕਸਦ ਇੱਕੋ ਆ ਕਿ ਅਸੀਂ ਪੰਜਾਬ ਸਰਕਾਰ, ਚੀਫ ਜਸਟਿਸ ਆਫ ਇੰਡੀਆ, ਚੀਫ ਜਸਟਿਸ ਹਰਿਆਣਾ ਪੰਜਾਬ ਹਾਈ ਕੋਰਟ, ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡੀਆਂ ਅੱਖਾਂ ਥੱਲੇ ਸਭ ਕੁਝ ਠੀਕ ਨਹੀਂ ਹੋ ਰਿਹਾ। ਸਾਡੀ ਸਿੱਖ ਕੌਮ ਨਾਲ ਗਦਾਰੀ ਹੋ ਰਹੀ ਹੈ। ਸਾਲਾਂ ਤੋਂ ਲਟਕਦੇ ਮਾਮਲੇ ਜਿਹਦੇ ਲੋਕ ਅੱਖਾਂ ਟੱਟ ਕੇ ਇੰਤਜ਼ਾਰ ਕਰ ਰਹੇ ਸੀ, ਸਾਨੂੰ ਉਹਦੇ ਲਈ ਧੂਲ ਫੱਕਣੀ ਪਈ। ਤੋ ਇਹ ਜਿਹੜੇ ਜਸਟਿਸ ਨੇ ਇਹ ਆਪਣੀਆਂ ਯਾਰੀਆਂ ਪਾਲਦੇ ਪਏ ਨੇ। ਚੀਫ ਜਸਟਿਸ ਸਾਹਿਬ ਨੂੰ ਪਤਾ ਨਹੀਂ। ਤੋ ਅਸੀਂ ਇਹ ਪ੍ਰੋਟੈਸਟ ਇਸ ਕਰਕੇ ਕੀਤਾ ਕਿ ਸਾਨੂੰ ਬੇਸ਼ੱਕ ਸਜ਼ਾ ਦਿਓ ਇਹਦੀ, ਸਾਨੂੰ ਕੋਈ ਅਸੀਂ ਇਸ ਮਕਸਦ ਲਈ ਆਪਣਾ ਸਰੀਰ ਦਾਨ ਕਰਨ ਨੂੰ ਵੀ ਤਿਆਰ ਹਾਂ, ਪਰ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਤੁਸੀਂ ਚੰਦ ਟੱਕਿਆਂ ਤੇ ਵਿਕਣ ਵਾਲੇ ਜੱਜ ਜਿਹੜੇ ਨੇ ਉਹ ਸਾਡੀ ਕੌਮ ਦੀ ਹੋਣੀ ਨਾਲ ਬੇਇਨਸਾਫੀ ਕਰ ਜਾਣ। ਸਰ ਸਿੱਧਾ ਅਟੈਕ ਤੁਹਾਡਾ ਜਿਹੜਾ ਭਾਰਤੀ ਨਿਆਂ ਪ੍ਰਣਾਲੀ ਤੇ ਹੈ। ਹਾਂਜੀ, ਸਿੱਧਾ ਜਿਹੜਾ ਹਮਲਾ ਤੁਹਾਡਾ ਨਿਆਂ ਪ੍ਰਣਾਲੀ ਤੇ, ਭਾਰਤੀ ਨਿਆਂ ਪ੍ਰਣਾਲੀ ਤੇ ਬਿਲਕੁਲ। ਇਸ ਤੋਂ ਅਗਲਾ ਕਦਮ ਜੋ ਹੈ, ਕਿਉਂਕਿ ਇੱਕ ਸੰਕੇਤਕ ਧਰਨਾ ਜਿਹੜਾ ਇਸ ਤੋਂ ਅਗਲਾ ਕਦਮ ਅਸੀਂ ਇਹ ਵਾਚ ਕਰਾਂਗੇ ਕਿਸਾਨ ਮੋਰਚੇ ਨੂੰ, ਕਿਉਂਕਿ ਸਾਰਾ ਪੰਜਾਬ ਜਿਹੜਾ ਉੱਥੇ ਬੈਠਾ ਹੋਇਆ ਟਾਈਮ ਕੱਢ ਕੇ ਤੇ ਬੜੇ ਲੰਬੇ ਸਮੇਂ ਤੋਂ, ਹੁਣ ਉਹ ਬੜੇ ਮਹੱਤਵਪੂਰਨ ਪੜਾਅ ਤੇ ਪਹੁੰਚ ਚੁੱਕਾ। ਉਹਦੇ ਵਿੱਚ ਅਸੀਂ ਕਿਤੇ ਵੀ ਗੁਸਤਾਖੀ ਨਹੀਂ ਕਰਨੀ ਚਾਹੁੰਦੇ, ਕੋਈ ਗਲਤੀ ਨਹੀਂ ਕਰਨੀ ਚਾਹੁੰਦੇ ਜਿਹਦੇ ਨਾਲ ਉਸ ਮੋਰਚੇ ਦੀ ਜਾਨ ਨਿਕਲੇ ਜਾਂ ਕਮਜ਼ੋਰ ਪਵੇ, ਕਿਉਂਕਿ ਇੱਥੋਂ ਉਹਨੂੰ ਸਪੋਰਟ ਦੀ ਲੋੜ ਆ, ਉੱਥੇ ਏਕਤਾ ਦੀ ਲੋੜ ਆ। ਏਕਤਾ ਦੀਆਂ ਬਰਕਤਾਂ ਤੇ ਇੱਥੋਂ ਪੰਜਾਬ 'ਚ ਉਹਨੂੰ ਸਪੋਰਟ ਮਿਲੂਗੀ ਤੇ ਬਹੁਤ ਜਲਦੀ ਹੱਲ ਹੋਣ ਦੀ ਆਸ ਹੈ ਸਾਨੂੰ। ਜਦੋਂ ਉਹ ਹੱਲ ਹੋਇਆ ਉਦੋਂ ਅਸੀਂ ਇਹ ਜਿਹੜੇ ਸਾਡੇ ਧਰਮ ਦੇ ਮਾਮਲੇ ਨੇ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਨਾਲ ਨਿਪਟਾਂਗੇ। ਸਰ ਬੇਅਦਬੀ ਮਾਮਲਿਆਂ ਨੂੰ ਲੈ ਕੇ ਭਾਈ ਧਿਆਨ ਸਿੰਘ ਮੰਡ ਵੱਲੋਂ ਜਿਹੜਾ ਬਰਗਾੜੀ ਵਿੱਚ ਧਰਨਾ ਦਿੱਤਾ ਗਿਆ, ਮੋਰਚਾ ਲਗਾਇਆ ਗਿਆ ਸੀ, 6 ਮਹੀਨੇ ਦੇ ਕਰੀਬ ਜਿਹੜਾ ਮੋਰਚਾ ਚੱਲਿਆ, ਪਰ ਜੇ ਗੱਲ ਕਰੀਏ ਤਾਂ ਸਰਕਾਰ ਵੱਲੋਂ ਵਾਅਦਾ ਕਰਨ ਤੋਂ ਬਾਵਜੂਦ ਵੀ ਜਿਹੜਾ ਕੋਈ ਇਨਸਾਫ ਮਿਲਿਆ ਨਹੀਂ। ਇਹ ਧਿਆਨ ਸਿੰਘ ਮੰਡ ਦੱਸ ਸਕਦੇ ਜੀ, ਮੈਂ ਨਹੀਂ ਉਸੇ ਤਰ੍ਹਾਂ ਤੇ ਗੌਰਵ ਜਿਹੜਾ ਮੋਰਚਾ ਸ਼ੁਰੂ ਕੀਤਾ ਜਾ ਸਕਦਾ। ਧਰਨਾ ਲਾ ਕੇ ਥੋੜੇ ਬੈਠੇ ਮੰਡਦੀ ਤਾਂ ਕੋਈ ਮੋਰਚਾ ਸ਼ੁਰੂ ਕੀਤਾ ਜਾ ਸਕਦਾ ਉਸੇ ਤਰ੍ਹਾਂ। ਭਾਈ ਸਾਹਿਬ ਜਿਹੜਾ ਕੋਰਟ 'ਚ ਫੈਸਲਾ ਆਇਆ, ਤੁਹਾਨੂੰ ਕੀ ਲੱਗਦਾ ਵੀ ਇਹ ਮਿਲੀ ਜੁਲੀ ਭੁਗਤ? ਕਿਹੜੀ ਜੀ? ਜਿਹੜੇ ਕੋਰਟ ਨੇ ਫੈਸਲਾ ਦਿੱਤਾ, ਮਿਲੀ ਜੁਲੀ ਭੁਗਤ ਹੱਦ ਹੋ ਗਈ ਆ।
ਇੱਕ ਚੁਟਾਲਾ ਸਰਕਾਰ ਦੇ ਵਿੱਚ ਐਡਵੋਕੇਟ ਜਨਰਲ, ਦੂਜਾ ਡਿਪਟੀ ਐਡਵੋਕੇਟ ਜਨਰਲ, ਉਹ ਦੋਵੇਂ ਅੱਜ ਜੱਜ ਤੇ ਵਕੀਲ ਨੇ। ਇੱਕ ਵਕੀਲ ਬਣ ਕੇ ਸਰਸਰ ਕਰ ਰਿਹਾ, ਜਿਹੜਾ ਕੱਲ ਉਹਨੂੰ ਸਰਸਰ ਕਰਦਾ ਸੀ, ਇੱਕ ਉਹਨੂੰ ਫੈਸਲਾ ਦੇ ਰਿਹਾ। ਤੇ ਫੈਸਲਾ ਲੈਣ ਲਈ ਕੋਈ ਅਜਨਬੀ ਭੇਜਿਆ ਜਾ ਰਿਹਾ, ਪੁਲਿਸ ਅਫਸਰ ਬਾਦਲ ਆਪ ਨਹੀਂ ਜਾ ਰਹੇ। ਜਿਹੜਾ ਅਜਨਬੀ ਭੇਜਿਆ ਜਾ ਰਿਹਾ ਉਹਦੇ ਤੇ ਇੱਕ ਲਾਈਨ ਨਹੀਂ ਲਿਖੀ, ਪਰ ਜਿਹਦਾ ਨਾਂ ਨਹੀਂ, ਜਿਹਨੇ ਪ੍ਰੇਅਰ ਨਹੀਂ ਕੀਤੀ, ਜਿਹਨੇ ਕੋਈ ਬੇਨਤੀ ਨਹੀਂ ਕੀਤੀ, ਉਹਨੂੰ ਕਲੀਨ ਚਿੱਟ ਤੇ ਲਾਂਤਾਂ ਪਈਆਂ ਇਨਵੈਸਟੀਗੇਸ਼ਨ ਅਫਸਰ। ਇਹ ਬੜਾ ਨਜਾਇਜ਼ ਤੇ ਗਲਤ ਫੈਸਲਾ ਸੀ। ਕਈ ਪੋਲੀਟੀਕਲ ਆਗੂ ਵੀ ਜਿਹੜਾ ਫੈਸਲਾ ਹਾਈ ਕੋਰਟ ਨਹੀਂ ਦੇ ਸਕਦਾ ਹੈ, ਕਿਉਂਕਿ ਹਾਈ ਕੋਰਟ ਦੇ ਵਿੱਚ ਇਹ ਅਪੀਲ ਨਹੀਂ ਸੀ, ਇਹ ਰਿਵੀਜ਼ਨ ਪਟੀਸ਼ਨ ਨਹੀਂ ਸੀ, ਇਹ ਸੀ ਸਿਵਲ ਰਿਟ ਪਟੀਸ਼ਨ। ਸਿਵਲ ਰਿਟ ਪਟੀਸ਼ਨ ਦੇ ਵਿੱਚ ਕਲੀਨ ਚਿੱਟ ਨਹੀਂ ਦੇ ਸਕਦਾ ਕੋਈ ਵੀ ਜੱਜ। ਜਿਹੜਾ ਇਨਵੈਸਟੀਗੇਸ਼ਨ ਨਹੀਂ ਉਹਨੂੰ ਪ੍ਰਭਾਵਿਤ ਨਹੀਂ ਕਰ ਸਕਦਾ, ਜ਼ਿਆਦਾ ਉਹਨੂੰ ਕੋਈ ਰਿਲੀਫ ਦੇ ਸਕਦਾ ਜਿਹੜਾ ਉਹਦੇ ਲਈ ਫਸਿਆ ਹੋਵੇ, ਜਿਹੜਾ ਮੁਲਜ਼ਮ ਆ, ਜਿਹਨੇ ਕੋਈ ਜੇ ਕਹੇ ਮੈਨੂੰ ਅਰੈਸਟ ਕਰਨ ਵਾਲੇ ਤੇ ਉਹ ਕਹਿ ਸਕਦਾ ਇਹਨੂੰ ਮੇਰਾ ਪੁੱਛੋ ਤੋਂ ਬਿਨਾਂ ਅਰੈਸਟ। ਸਰ ਕਈ ਪੋਲੀਟੀਕਲ ਆਗੂ ਵੀ ਅੱਜ ਜਿਹੜੇ ਸ਼ਾਮਲ ਹੋਏ ਨੇ, ਸਾਰੇ ਪੋਲੀਟੀਕਲ ਨੇ, ਸਾਰੇ ਪੋਲੀਟੀਕਲ ਨੇ। ਕਈ ਅਸੀਂ ਗੱਲ ਕੀਤੀ, ਕਈ ਪੋਲੀਟੀਕਲ ਆਗੂ ਜਿਹੜੇ ਸ਼ਾਮਲ ਹੋਏ, ਅੱਗੇ ਜਾ ਕੇ ਰਾਜਨੀਤੀ ਔਰ ਧਰਮ ਦੇ ਨਾਲ ਰਲ ਕੇ ਸਾਂਝੇ ਤੌਰ ਤੇ ਅਸੀਂ ਐਜ ਸਿੱਖ, ਕਿਸੇ ਵੀ ਪਾਰਟੀ 'ਚ ਕੋਈ ਸਿੱਖ ਆ, ਅਸੀਂ ਉਹਨੂੰ ਅਪੀਲ ਕਰਦੇ ਹਾਂ ਕਿ ਉਹ ਸਾਡਾ ਸਾਥ ਦੇਵੇ, ਪੰਥਕ ਅਕਾਲੀ ਲਹਿਰ ਦੇ ਨਾਲ ਖੜੇ, ਤਾਂ ਕਿ ਅਸੀਂ ਬਾਦਲ ਨੂੰ ਇਸ ਪੰਥਕ ਫੀਲਡ ਦੇ ਵਿੱਚੋਂ ਬਾਹਰ ਕਰ ਸਕੀਏ।